बिस्मिल्लाहिर्रहमानिर्रहीम। मैं तुहाडा शुक्रगुजार हाँ तुसीं मेरी वीडियो वेखण वास्ते अपना कीमती टाइम कढ़िया। जिन्हां घरां दे विच औरतां दीयां ज़बानां लंमियां हुंदियां ने उन्हां घरां दे विच मर्दां दीयां ज़बानां खामोश हो जांदियां ते जिन्हां घरां दे विच मर्दां दीयां ज़बानां खामोश हो जाण उन्हां घरां दे विच औरतां दी सरदारी हुंदी है ते जिन्हां घरां दे विच औरतां दी सरदारी होवे ਉਹ ਘਰ ਤਬਾਹ ਹੋ ਜਾਂਦੇ ਨੇ। 100 ਦੇ ਵਿੱਚੋਂ 95 ਘਰ ਇਹੋ ਜਿਹੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਔਰਤਾਂ ਦੀ ਸਰਦਾਰੀ ਹੈ ਤੇ ਉਹ ਘਰ ਜਿਹੜੇ ਨੇ ਜ਼ਲੀਲੋ ਖਾਰ ਹੋ ਰਹੇ ਨੇ। ਮੈਂ ਔਰਤਾਂ ਦੇ ਬਾਰੇ 'ਚ ਵੀ ਕਹਾਂਗਾ, ਅਗਰ ਤੁਸੀਂ ਚਾਹੁੰਦੀਆਂ ਜੇ ਵੀ ਅਸੀਂ ਰਾਣੀਆਂ ਤੇ ਮਲਕਾ ਬਣ ਕੇ ਰਹੀਏ ਤੇ ਤੁਹਾਨੂੰ ਚਾਹੀਦਾ ਹੈ ਵੀ ਆਪਣੇ ਸ਼ੌਹਰਾਂ ਨੂੰ ਬਾਦਸ਼ਾਹ ਬਣਾਓ, क्योंकि बादशाहां ਦੀਆਂ बीवियां ही मलका ते राणियां होंदियां ने। तोइफां कदी भी राणियां ते मलका नहीं बन सकदियां। ਜਦੋਂ ਤੁਸੀਂ ਆਪਣੀਆਂ ਬੱਚੀਆਂ ਸਕੂਲਾਂ ਦੇ ਵਿੱਚ ਦਾਖਲ ਕਰਵਾਉਂਦੇ ਜੇ ਤਾਂ ਉਹ ਆਪਣੀ ਤਾਲੀਮ ਜਿਹੜੀ ਐਸਾ ਐਸਾ ਮੁਕੰਮਲ ਕਰ ਲੈਂਦੀਆਂ ਨੇ ਤੇ ਉਹਨਾਂ ਦੀ ਸ਼ਾਦੀ ਕਰਨ ਤੋਂ ਪਹਿਲਾਂ ਉਹਨਾਂ ਨੂੰ 1 ਸਾਲ ਜਾਂ 2 ਸਾਲ ਤਰਬੀਅਤ ਜਿਹੜੀ ਹੈ ਉਹਨਾਂ ਨੂੰ ਦੇਣ ਤੇ ਲਾਓ। तरबीयत तो बगैर तालीम बेमैनी होती है। जिस औरत के कोल तालीम के नाल तरबीयत भी होवे वो दुनिया दे विच किसी मैदान दे विच भी मार नहीं खाती। ते मैं उन्हां घरां नूं भी ये गल जिहड़ी तकीद करांगा भी जिहड़े लोग अपनी बहू विआह के लिआंदे ने ते अपने घर दे विच बसांदे ने, वो बहू का रिश्ता होवे या तुहाडी भरजाई का रिश्ता होवे ਤੇ ਉਹਨੂੰ ਘਰ ਦੇ ਵਿੱਚ ਬਹੁਤ ਅਹਿਮੀਅਤ ਦੇਣੀ ਚਾਹੀਦੀ ਹੈ। ਉਹਨੂੰ ਘਰ ਦੀ ਨਕਰਾਣੀ ਨਹੀਂ ਸਮਝਣਾ ਚਾਹੀਦਾ। ਅਗਰ ਉਹਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਫਿਰ ਤੁਹਾਨੂੰ ਚਾਹੀਦਾ ਹੈ ਵੀ ਉਹਨੂੰ ਬੜੇ ਪਿਆਰ ਨਾਲ ਮੁਹੱਬਤ ਨਾਲ ਉਹਨੂੰ ਸਮਝਾ ਦੇਣਾ ਚਾਹੀਦਾ ਵੀ ਬੇਟਾ ਇਹ ਕੰਮ ਇਸ ਤਰ੍ਹਾਂ ਨਹੀਂ ਤੇ ਇਹ ਇਸ ਤਰ੍ਹਾਂ ਕਰਨਾ ਹੈ। ਉਹ ਪੜ੍ਹੀਆਂ ਲਿਖੀਆਂ ਕੁੜੀਆਂ ਹੁੰਦੀਆਂ ਨੇ, ਉਹ ਗੱਲ ਸਮਝ ਜਾਂਦੀਆਂ ਤੇ ਲਿਹਾਜ਼ਾ ਇਹ ਆ ਵੀ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਹੋਣਾ ਚਾਹੀਦਾ। अगर असीं उन्हां नूं नकराणियां समझांदे तो वो साडी भी फिर उस तरह की इज्जत करनगियां। कुछ लोग हुंदे ने वो लाई लग हुंदे ने। इस तरह एक गल जिहड़ी मैनूं याद आ गई, एक आदमी सी ते उहदी शादी हो गई ते उहदे दोस्तां ने उहनूं कह दित्ता भी तेरी शादी हो गई है ते जिहड़ी तेरी बीवी है इहनूं जरा डंडे थल्ले रखना है ते डंडे थल्ले रखो दे ते इहदे नाल औरतां सैट रहिंदियां ने। अगर तुसीं उन्हां नूं डंडे थल्ले ना रखिया तो फिर वो तेरे उत्ते दबाव पा लवे ते सारी उम्र जिहड़ा ना तूं थल्ले ही लग के रवेगा। वो बेचारा लाई लग हैगा सी, उहने समझा भी ये पता नहीं गल वाकई इवें आ ते उहने अपने जिहड़े हीले बहाने दे नाल घर दे विच कोई इस तरह दे असबाब पैदा करने की कोशिश कीती जिहदे नाल कोई लड़ाई झगड़ा जिहड़ा वो घर दे विच होवे ਤੇ ਉਹਦਾ ਇਰਾਦਾ ਇਹ ਸੀ ਵੀ ਉਹ ਆਪਣੀ ਬੀਵੀ ਦੇ ਨਾਲ ਲੜੇ ਤੇ ਉਹਨੂੰ ਕਿਤੇ ਪ੍ਰੈਸ਼ਰ ਥੱਲੇ ਲਵੇ ਜਾਂ ਉਹਨੂੰ ਮਾਰੇ ਕੁੱਟੇ। ਲੇਕਿਨ ਉਹਦੀ ਬੀਵੀ ਜਿਹੜੀ ਸੀ ਉਹ ਕਾਫੀ ਤਰਬੀਅਤ ਯਾਫਤਾ ਸੀ ਤੇ ਉਹਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਨਾ ਉਹਦਾ ਵਾਰ ਨਹੀਂ ਚੱਲਣ ਦਿੱਤਾ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬਹਾਨਾ ਬਣਾਉਂਦਾ ਸੀ ਤੇ ਉਹ ਉਸ ਤਰ੍ਹਾਂ ਦੇ ਮੌਕੇ ਨਹੀਂ ਪੈਦਾ ਹੋਣ ਦਿੰਦੀ ਜਿੰਦੇ ਨਾਲ ਘਰ ਦੇ ਵਿੱਚ ਲੜਾਈ ਪਵੇ। ਇੱਕ ਦਿਨ ਉਹਨੇ ਇੱਕ ਤਰੀਕਾ ਜਿਹੜਾ ਹੈ ਉਹ ਸੋਚਿਆ। ਉਹਨੇ ਕਿਹਾ ਵੀ ਅੱਜ ਜਿਹੜਾ ਮੈਂ ਤਰੀਕਾ ਸੋਚਿਆ ਹੈ ਇਹਦੇ ਵਿੱਚ ਇਨਸ਼ਾਅੱਲਾ ਘਰ ਦੇ ਵਿੱਚ ਲੜਾਈ ਜ਼ਰੂਰ ਹੋਵੇਗੀ ਤੇ ਮੈਂ ਆਪਣੀ ਬੀਵੀ ਨੂੰ ਜ਼ਰੂਰ ਮਾਰਾਂਗਾ। ਉਹ ਸਵੇਰ ਸਵੇਰ ਉੱਠਿਆ, ਆਪਣੇ ਬਲਦ ਉਹਨੇ ਖੋਲੇ ਤੇ ਆਪਣੀ ਜ਼ਮੀਨ ਤੇ ਚਲਾ ਗਿਆ। ਉੱਥੇ ਜਾ ਕੇ ਨਾ ਤਾਂ ਉਹਨੇ ਹਲ ਚਲਾਉਣਾ ਸੀ। ਉਹਦੀ ਬੀਵੀ ਨੇ ਬਾਅਦ ਵਿੱਚ ਰੋਟੀ ਲੈ ਕੇ ਤੇ ਉਹਦੇ ਪਿੱਛੇ ਆਉਣਾ ਸੀ। ਜਦੋਂ ਉੱਥੇ ਗਿਆ ਤੇ ਉਹਨੇ ਪੰਜਾਲੀ ਦੇ ਵਿੱਚ ਬਲਦਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ। ਉਹਨੇ ਇੰਜ ਕੀਤਾ ਵੀ ਇੱਕ ਬਲਦ ਜਿਹੜਾ ਸੀ ਉਹਨੂੰ ਸਿੱਧੇ ਪਾਸੋਂ ਜੋੜ ਦਿੱਤਾ ਤੇ ਜਿਹੜਾ ਦੂਸਰਾ ਬਲਦ ਸੀ ਨਾ ਉਹਨੂੰ ਉਲਟੇ ਪਾਸੋਂ ਲਿਆ ਕੇ ਨਾ ਤੇ ਉਹ ਜੋੜ ਦਿੱਤਾ। ਇੱਕ ਦਾ ਮੂੰਹ ਇੱਧਰ ਕਰ ਦਿੱਤਾ ਤੇ ਇੱਕ ਦਾ ਮੂੰਹ ਇੱਧਰ ਕਰ ਦਿੱਤਾ ਤੇ ਨਾਲ ਸੋਟੀ ਦੇ ਨਾਲ ਜਿਹੜਾ ਨਾ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਚੱਲੋ ਤੇ ਆਲ ਵਾਹੀਏ। ਲੇਕਿਨ ਉਹ ਇੱਕ ਦਾ ਮੂੰਹ ਉੱਧਰ ਸੀ ਤੇ ਇੱਕ ਦਾ ਉੱਧਰ ਸੀ ਤੇ ਉਹ ਚੱਲ ਨਹੀਂ ਸਕਦੇ। ਉਹਨੇ ਉਹਨੂੰ ਜਿਹੜਾ ਨਾ ਬਲਦਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। उन्नी देर नूं ना उहदी बीवी जिहड़ी है वो रोटियां लैके ते वो भी उत्थे नज़दीक पहुंच गई
ਜਿਵੇਂ ਜਿਵੇਂ ਉਹ ਨਜ਼ਦੀਕ ਜਾ ਰਹੀ ਸੀ, ਉਹ ਬੰਦਾ ਜਿਹੜਾ ਸੀ ਨਾ ਬਲਦਾਂ ਤੇ ਜ਼ਿਆਦਾ ਹੀ ਜਿਹੜਾ ਸਖਤੀ ਕਰ ਰਿਹਾ ਸੀ। ਉਹਦਾ ਇਰਾਦਾ ਇਹ ਸੀ ਵੀ ਉਹ ਮੇਰੇ ਕੋਲ ਆਵੇ ਦੀ ਤੇ ਮੈਨੂੰ ਇਹ ਆਣ ਕੇ ਕਵੇ ਦੀ ਵੀ ਤੁਹਾਨੂੰ ਬਲਦ ਵੀ ਜੋਮਣੇ ਨਹੀਂ ਆਵੇ, ਇੱਕ ਦਾ ਮੂੰਹ ਉਧਰ ਕੀਤਾ ਹੈ, ਇੱਕ ਦਾ ਉਧਰ ਕੀਤਾ ਹੈ, ਇਵੇਂ ਪੈਲੀ ਵਗਦੀ ਪਈ ਤੇ ਨਾਲ ਤੁਸੀਂ ਉਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਹੈ। ਤੇ ਮੈਂ ਉਹਨੂੰ ਫੜ ਕੇ ਨਾ ਤੇ ਕੁੱਟਣ ਲੱਗ ਪਵਾਂ ਤੇ ਉਹਨੂੰ ਮੈਂ ਇਹ ਕਹਾਂ ਦਾ ਵੀ ਤੁਸੀਂ ਜਿਹੜਾ ਨਾ ਮਰਦਾਂ ਦੇ ਕੰਮਾਂ ਦੇ ਵਿੱਚ ਦਖਲ ਕਿਉਂ ਦਿੱਤਾ ਹੈ, ਤੇ ਇਹ ਬਹਾਨਾ ਬਣਾ ਕੇ ਤੇ ਮੈਂ ਉਹਦੇ ਤੇ ਪ੍ਰੈਸ਼ਰ ਪਾਵਾਂ ਦਾ। ਲੇਕਿਨ ਉਹ ਤਰਬੀਅਤ ਯਾਫਤਾ ਜਿਹੜੀ ਔਰਤ ਸੀ, ਉਹਨੇ ਆਣ ਕੇ ਨਾ ਤੇ ਬਲਦਾਂ ਨੂੰ ਮੁਖਾਤਬ ਕੀਤਾ ਤੇ ਉਹਨਾਂ ਨੂੰ ਆਣ ਕੇ ਕਿਹਾ ਵੀ ਜਿਸ ਤਰ੍ਹਾਂ ਤੁਹਾਡਾ ਮਾਲਕ ਤੁਹਾਨੂੰ ਕਹਿੰਦਾ ਹੈ ਤੁਸੀਂ ਉਵੇਂ ਕਿਉਂ ਨਹੀਂ ਕਰਦੇ। ਉਹ ਬੰਦੇ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਬੜਾ ਹੈਰਾਨ ਤੇ ਪਰੇਸ਼ਾਨ ਹੋਇਆ ਵੀ ਇਹ ਔਰਤ ਨੇ ਜਿਹੜਾ ਇਹ ਵੀ ਮੇਰਾ ਮਨਸੂਬਾ ਫੇਲ ਕਰ ਦਿੱਤਾ ਹੈ। ਉਹਨੇ ਉਵੇਂ ਜਿਹੜਾ ਨਾ ਪੰਜਾਲੀ ਕੱਢੀ ਤੇ ਰੱਖ ਦਿੱਤਾ ਤੇ ਆਪਦਾ ਰੋਟੀ ਖਾਣ ਲੱਗ ਪਿਆ। ਇਸ ਤਰ੍ਹਾਂ ਇਹ ਗੱਲ ਸੁਣਾਉਣ ਦਾ ਮਕਸਦ ਇਹ ਹੈ ਵੀ ਅਗਰ ਔਰਤ ਤਰਬੀਅਤ ਯਾਫਤਾ ਹੋਵੇ ਤੇ ਘਰ ਦਾ ਨਿਜ਼ਾਮ ਬਹੁਤ ਅੱਛੀ ਤਰ੍ਹਾਂ ਚੱਲ ਜਾਂਦਾ ਹੈ। ਲੇਕਿਨ ਅਗਰ ਔਰਤ ਕੋਲ ਕੱਲੀ ਤਾਲੀਮ ਹੋਵੇ ਤੇ ਤਰਬੀਅਤ ਨਾ ਹੋਵੇ ਤੇ ਇਹਦੇ ਨਾਲ ਘਰ ਦਾ ਨਿਜ਼ਾਮ ਨਹੀਂ ਚੱਲਦਾ, ਘਰ ਦੇ ਵਿੱਚ ਲੜਾਈਆਂ ਝਗੜੇ ਤੇ ਅਫਰਾ ਤਫਰੀਆਂ ਪਈਆਂ ਰਹਿੰਦੀਆਂ ਨੇ। ਇਸ ਵਾਸਤੇ ਕੋਸ਼ਿਸ਼ ਇਹ ਕਰੋ ਵੀ ਬੱਚਿਆਂ ਨੂੰ ਬਹੁਤ ਅੱਛੀ ਤਰਬੀਅਤ ਵੀ ਨਾਲ ਦਿਓ, ਤੇ ਜਿਨ੍ਹਾਂ ਬੱਚਿਆਂ ਦੇ ਕੋਲ ਤਰਬੀਅਤ ਹੈ ਤੇ ਨਾਲ ਤਾਲੀਮ ਹੈ ਉਹ ਸੋਹਣੇ ਤੇ ਸੁਹਾਗਾ ਹੈ। अस्सलाम वालेकुम।